जुगो जुग अटल धन धन गुरु ग्रंथ साहिब जी गुरु पातशाह जी की अपार अजमत बख्शिश टलदी शाम सतसंगत दीयां घड़ियां असीं माण रहे हाँ। ओंटारियो खालसा दरबार विखे शामां दे दीवान माणदियां होयां अजे हुणे आप कीर्तन स्रोत पा रहे सी। अगलेरे समय गुरबाणी व्याख्या है। लड़ीवार गुरबाणी विवेचना विच माझ राग चलदा है। गुरु अमरदास महाराज नानक जोत का तीसरा जामा इन्हां बचनां नूं उचार रहा है। शब्द आपने सरवण कीता है। अष्टपदियां 8 पदियां वाली लंबेरी रचना, हर एक पदा एटलीस्ट 3 लाइनां कैरी करदा है। सो 24 17 जिहड़ा हाओ दे नूं पदे नूं पाइए विच ते अराउंड 26 लाइन्स बनदियां ने। इट्स ए एक्चुअली very, you can say, big haim or shabad of Guru Maharaj. विचारक तौर ते ਅਸੀਂ ਰਹਾਉ ਦੇ ਪਦੇ ਨੂੰ ਪਹਿਲਾਂ ਦੇਖਦੇ ਹਾਂ, ਉਪਰੰਤ ਜੋ ਰੈਸਟ ਆਫ ਸ਼ਬਦ ਆ ਉਹਦੇ ਅਕੋਰਡਿੰਗਲੀ ਫਿਰ ਅਸੀਂ ਉਹਦੀ ਤਰਮੀਮ ਜਾਂ ਵਿਆਖਿਆ ਕਰਦੇ ਹਾਂ। ਅੱਜ ਦਾ ਇਹ ਪਾਵਨ ਬਚਨ ਜਿਹਦੇ 'ਚ ਰਹਾਉ ਦਾ ਪਦਾ ਹੈ, ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਸੇਮ ਵੇ ਨਾਲ ਜਿਵੇਂ ਗੁਰੂ ਅਮਰਦਾਸ ਸਾਹਿਬ ਪਿਛਲੇ ਸਾਰੇ ਸ਼ਬਦਾਂ 'ਚ ਬਿਆਨ ਕਰਦੇ ਨੇ, ਹਉ ਵਾਰੀ ਜਿਉ ਵਾਰੀ, ਮੈਂ ਆਪਣਾ ਆਪਾ ਵਾਰਦਾ, ਮੈਂ ਆਪਣਾ ਆਪਾ ਕੁਰਬਾਨ ਕਰਦਾ ਹਾਂ। ਕਿੰਨਾ ਤੋਂ ਭਾਵ, ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਜਿਹੜੇ ਆਪ ਭਗਤੀ ਕਰਦੇ ਨੇ ਤੇ ਹੋਰਨਾਂ ਨੂੰ ਭਗਤੀ ਕਰਨ ਵਾਲੇ ਰਾਹ ਤੇ ਪਾਉਂਦੇ ਨੇ ਉਹਨਾਂ ਤੋਂ। ਹੁਣ ਇਹਦੇ 'ਚ ਮੈਸੇਜ ਤੇ ਬੜਾ ਸਟ੍ਰੇਟ ਫਾਰਵਰਡ ਆ, ਪਰ ਕਈ ਵਾਰੀ ਜਿਵੇਂ ਭਗਤ ਲਫ਼ਜ਼ ਜਾਂ ਭਗਤੀ ਲਫ਼ਜ਼ ਹੈ, ਜਿਹਨੂੰ ਅਸੀਂ ਇੰਗਲਿਸ਼ ਲੈਂਗੁਏਜ 'ਚ ਟਰਾਂਸਲੇਟ ਕਰਦੇ ਹਾਂ ਡਿਵੋਸ਼ਨਲ ਐਕਸਰਸਾਈਜ਼ ਕਹਿੰਦੇ ਹਾਂ। ਇਹ ਕੀ ਹੈ? ਜੇ ਇਸ ਨੂੰ ਤੁਸੀਂ ਬੜੇ ਟ੍ਰੈਡੀਸ਼ਨਲ ਵੇ ਨਾਲ ਦੇਖੋਗੇ ਜਾਂ ਸ਼ਬਦਕੋਸ਼ ਦੀ ਮਦਦ ਦੇ ਨਾਲ, ਸ਼ਬਦ ਧਾਤ ਦੀ ਮਦਦ ਦੇ ਨਾਲ, ਵੈਨ ਯੂ ਟਰਾਈ ਟੂ ਅੰਡਰਸਟੈਂਡ ਦਿਸ ਸਪੈਸੀਫਿਕ word through its roots, then we can totally get actually then type of understanding what does Bhagat mean exactly. Bhagat ਜਿਹੜਾ ਆਪਣੇ ਆਪ ਵਿੱਚ ਸ਼ਬਦ ਆ, ਇਹ 3 ਸਮਾਸਾਂ ਦੇ ਸੁਮੇਲ ਨਾਲ ਬਣਦਾ ਹੈ, ਪੱਬਾ, ਗੱਗਾ ਤੇ ਤੱਤਾ। ਇਹਦੇ 'ਚ 3 ਹੀ ਤਰੀਕੇ ਦੀਆਂ, ਜਿਹਨੂੰ ਕਹਿ ਲਓ ਕਿ ਇਟਸ ਏ ਕੰਪੋਨੈਂਟ, ਇੱਕ ਉਸ ਰੂਪ ਦੇ 'ਚ ਇੱਕ ਵੈਰੀ ਕਰਦਾ ਹੋਇਆ ਮੈਸੇਜ 3 ਰੂਪਾਂ 'ਚ 3 ਧਾਤਾਂ ਦੇ ਨਾਲ ਆਉਂਦਾ ਆ। ਭੱਬੇ ਤੋਂ ਭਾਵ ਬਣਦਾ ਭਜਨ। ਭਜਨ ਸਿੰਪਲ ਯੂ ਕੈਨ ਸੇ ਕਿਸੇ ਚੀਜ਼ ਨੂੰ ਰਿਸਾਈਟ ਕਰਨਾ, ਮੈਡੀਟੇਸ਼ਨ ਕਹਿ ਲਓ ਤੁਸੀਂ, ਪਰ ਖਾਸ ਕਰਕੇ ਉਚਾਰਨ ਕਰਨਾ, ਬੋਲਣਾ, ਭਜਨ ਕਰਨਾ। ਧਾਰਮਿਕ ਕਿਰਿਆਵਾਂ ਦੇ ਵਿੱਚ ਪਹਿਲੀ ਕਿਰਿਆ ਹੈ। ਬੰਦਾ ਕਿਸੇ ਹਾਇਰ ਸਕੂਲ ਆਫ ਥਾਟ ਨੂੰ ਅਡਾਪਟ ਤੇ ਐਕਸੈਪਟ ਕਰਨ ਵਾਸਤੇ ਉਹਦੀ ਰੈਪੀਟੀਸ਼ਨ ਕਰੇ, ਉਹਨੂੰ ਰਿਸਾਈਟ ਕਰੇ, ਉਹਦੀ ਚੈਂਟਿੰਗ ਕਰੇ। ਮਨੁੱਖੀ ਮਨ ਦੀ ਅਵਸਥਾ ਇਹ ਹੈ ਕਿ ਜਿੰਨੀ ਦੇਰ ਤੱਕ ਚੀਜ਼ਾਂ ਦੁਹਰਾਓ ਵਿੱਚ ਨਹੀਂ ਆਉਣਗੀਆਂ, ਰੈਪੀਟੀਸ਼ਨ ਵਿੱਚ ਨਹੀਂ ਆਉਣਗੀਆਂ, ਮਨ ਉਹਨਾਂ 'ਚ ਪਰਿਪੱਕਤਾ ਨਹੀਂ ਵਿਖਾ ਸਕਦਾ। ਆਪ ਅੱਜ ਦੀ ਦੁਨੀਆ 'ਚ ਦੇਖੋਗੇ, ਅੱਜ ਅਸੀਂ ਬਹੁਤ ਪ੍ਰੋਫੈਸ਼ਨਲਿਜ਼ਮ ਦੇਖਦੇ ਹਾਂ ਡਿਫਰੈਂਟ ਫੀਲਡਸ ਦੇ ਵਿੱਚ। ਤੇ ਆਪ ਦੇਖੋਗੇ ਥਿਓਰੀਜ਼ ਪੜ੍ਹਾਈਆਂ ਜਾਂਦੀਆਂ ਨੇ ਬੜੇ ਇੱਕ ਕੰਸਿਸਟੈਂਟ ਲੈਵਲ ਦੇ ਉੱਚ, ਬੜੇ ਇੱਕ ਇੰਟੈਂਸ ਲੈਵਲ ਤੇ ਪੜ੍ਹਾਈ ਜਾਂਦੀ ਹੈ ਥਿਓਰੀ, ਭਾਵੇਂ ਉਹ ਮੈਡੀਕਲ ਫੀਲਡ ਦੀ ਹੈ, ਭਾਵੇਂ ਉਹ ਟੈਕਨੀਕਲ ਇੰਜੀਨੀਅਰਿੰਗ ਸਾਈਡ ਦੀ ਹੈ, ਭਾਵੇਂ ਉਹ ਲਾ ਰਿਲੇਟਡ ਸਟੱਡੀਜ਼ ਨੇ, ਭਾਵੇਂ ਲੈਂਗੁਇਸਟਿਕ ਸਾਈਡ ਤੋਂ ਸਟੱਡੀਜ਼ ਨੇ।
ਬਹੁਤ ਇੱਕ ਇੰਟੈਂਸ ਤਰੀਕੇ ਦੇ ਨਾਲ, ਤੇ ਫਿਰ ਉਹਦੇ 'ਚ ਕੈਲੀਬਰ ਵੀ ਦੇਖਿਆ ਜਾਂਦਾ ਹੈ ਵੀ ਐਵੇਂ ਤੇ ਨਹੀਂ। ਇਸੇ ਕਰਕੇ ਯੂਨੀਵਰਸਿਟੀਜ਼ ਇੰਨਾ ਹਾਰਡ ਟਾਈਮ ਦਿੰਦੀਆਂ ਨੇ ਜਦੋਂ ਕੋ ਫਸਟ ਜਾਂ ਸੈਕੰਡ ਈਅਰ ਦੇ ਵਿੱਚ ਕਿ ਵਾਕਿਆ 'ਚ ਡਿਜ਼ਰਵ ਵੀ ਕਰਦਾ ਕਿਸ ਯੂਨੀਵਰਸਿਟੀ ਦੀ ਡਿਗਰੀ ਓਨ ਕਰ ਸਕੇ, ਜਾਂ ਵੈਸੇ ਕਿਤੇ ਆ ਗਿਆ ਹੈਗਾ, ਮਤਲਬ ਇਹ 'ਚ ਉਸ ਕਿਸਮ ਦੀ ਐਬਿਲਿਟੀ ਹੈ। ਸੋ ਸਾਰੇ ਦੇ ਨਾਲ ਬੰਦਾ ਪਹਿਲਾਂ ਪ੍ਰਣਾਉਂਦਾ, ਫਿਰ ਹਰ ਇੱਕ ਫੀਲਡ ਦੇ ਵਿੱਚ ਅੱਗੇ ਸਪੈਸੀਫਿਕਲੀ ਰਜਿਸਟ੍ਰੇਸ਼ਨ ਦਾ ਪੱਖ ਹੈਗਾ ਜਿਹਦੇ ਅੰਦਰ ਉਹ ਸਪੈਸੀਫਿਕ ਆਵਰਸ ਮੰਨਦੇ ਨੇ। ਜਦੋਂ ਸਪੈਸੀਫਿਕ ਆਵਰਸ ਉਸ ਕਿਸੇ ਉਸੇ ਫੀਲਡ ਦੇ ਵਿੱਚ ਕਿਸੇ ਸੁਪਰਵਿਜ਼ਨ ਦੇ ਅੰਦਰ ਦਿੱਤੇ ਜਾਂਦੇ ਨੇ, ਉਹਦੇ 'ਚ ਫਿਰ ਦੁਹਰਾਓ ਆਉਂਦਾ ਹੈ, ਉਹੀ ਰੈਪੀਟੀਸ਼ਨ ਹੈ। ਸੇਮ ਤਰ੍ਹਾਂ ਦੇ ਕੰਮ ਉਹ ਲਗਾਤਾਰ ਬੰਦਾ ਅੰਡਰ ਕਿਸੇ ਦੀ ਸੁਪਰਵਿਜ਼ਨ 'ਚ ਕਰਦਾ ਪਰਿਪੱਕ ਹੁੰਦਾ ਆ। ਉਹਦੇ ਬਾਵਜੂਦ ਵੀ ਫਿਰ ਕਿਹਾ ਜਾਂਦਾ ਵੀ ਇਹਨੇ ਨਾਲ ਪਰਿਪੱਕ ਨਹੀਂ ਹੋਇਆ, ਹੁਣ ਕੰਮ ਤੈਨੂੰ ਰੋਜ਼ ਹੀ ਕਰਿਆ ਕਰਨਾ ਹੈ, ਪਰ ਇਹਦੇ ਨਾਲ ਨਾਲ ਇਹਦੀ ਰਿਫਰੈਸ਼ਮੈਂਟ ਵੀ ਹੋਣੀ ਚਾਹੀਦੀ ਹੈ, ਇਹਨੂੰ ਕੰਟੀਨਿਊ ਐਜੂਕੇਸ਼ਨ 'ਚ ਵੀ ਪਾਉਣਾ ਪਏਗਾ, ਇਹਨੂੰ ਸਭ ਚੀਜ਼ਾਂ 'ਚ ਲਿਜਾਣਾ ਪਏਗਾ। ਸੋ ਇਹ ਰੂਪ ਜਿਹੜਾ ਆ, ਇਸ ਨੂੰ ਅਸੀਂ ਕੰਮਾਂ ਕਾਰਾਂ ਦੇ ਵਿੱਚ ਸਮਾਜਿਕ ਜਾਂ ਜਿਹੜੀ ਮਟੀਰੀਅਲਿਸਟਿਕ ਵਰਲਡਲੀ ਲੈਵਲ ਦੀ ਚੀਜ਼ਾਂ ਨੇ ਉਹਨਾਂ 'ਚ ਅਸੀਂ ਵੇਖਦੇ ਹੈਗੇ ਆ। ਪਰ ਮਨੁੱਖ ਸਿਰਫ ਵਰਲਡਲੀ ਲੈਵਲ ਤੇ ਨਾ ਤੇ ਕੰਟਰੋਲ ਕੀਤਾ ਜਾ ਸਕਦਾ, ਨਾ ਚੱਲ ਸਕਦਾ ਹੈ। ਇਹਨੂੰ ਚਲਾਉਂਦੀ ਤੇ ਅੰਦਰ ਦੀ ਦੁਨੀਆ ਆ, ਜਿਹਦੇ 'ਚ ਭਾਵ ਹੈ, ਜਿਹਦੇ 'ਚ ਖਿਆਲ ਨੇ, ਜਿਹਦੇ 'ਚ ਇਮੋਸ਼ਨਸ ਨੇ, ਜਿਹਦੇ ਅੰਦਰ ਥਾਟ ਪ੍ਰੋਸੈਸਿੰਗ ਆਉਂਦੀ ਹੈਗੀ ਹੈ। ਜੇ ਉੱਥੇ ਕੰਮ ਨਹੀਂ ਕਰੋਗੇ ਤੇ ਬਾਹਰੋਂ ਤੇ ਤੁਸੀਂ ਜਿੰਨਾ ਮਰਜ਼ੀ ਕਰ ਲਓ, ਕੰਟਰੋਲ ਨਹੀਂ ਹੋਏਗਾ। ਉੱਥੇ ਵੀ ਤਾਂ ਕੰਮ ਕੀਤਾ ਜਾਏ। ਜਾਂ ਕਈ ਵਾਰ ਇਹ ਵੀ ਹੁੰਦਾ ਹੈ, ਬੰਦਾ ਉਸ ਖੇਤਰ ਨੂੰ ਬਿਲਕੁਲ ਵਿਹਲਾ ਛੱਡ ਦਿੰਦਾ ਹੈ, ਤੇ ਅਸੀਂ ਕਹਿੰਦੇ ਹਾਂ ਖਾਲੀ ਦਿਮਾਗ ਸ਼ੈਤਾਨ ਦਾ ਘਰ। ਥੋੜ੍ਹਾ ਬਹੁਤਾ ਕੰਮ ਵਰਲਡ ਵਾਈਡ ਉਹਦੀ ਚਿੰਤਾ ਫਿਕਰ ਕੀਤੀ, ਉਹ ਕਰ ਲਿਆ, ਪਰ ਬਾਕੀ ਆਪਣੀਆਂ ਬੰਤਰਾਂ ਬੁਣ ਰਿਹਾ ਮਨ, ਉਹ ਭਾਵੇਂ ਚੰਗੀਆਂ ਨੇ ਮਾੜੀਆਂ ਨੇ ਉਸ ਰੂਪ ਦੇ ਵਿੱਚ। ਤੇ ਐਂਡ ਆਫ ਦਾ ਡੇ ਕੀ ਹੋਏਗਾ? ਮਿਜ਼ਰੇਬਲ। ਉਹ ਮਿਜ਼ਰੀ ਜਿਹੜੀ ਹੈ ਉਸ ਨੂੰ ਚੈਨ ਨਹੀਂ ਦੇਵੇਗੀ, ਉਸ ਨੂੰ ਸੁੱਖ ਨਹੀਂ ਦੇਵੇਗੀ, ਉਸ ਨੂੰ ਖੁਸ਼ੀ ਨਹੀਂ ਦੇਵੇਗੀ। ਇਸ ਸਾਰੇ ਨੂੰ ਕਾਊਂਟਰ ਕਰਨ ਵਾਸਤੇ ਦਾਨਸ਼ਮੰਦਾਂ ਨੇ, ਮਤਲਬ ਜਿਹੜੇ ਕੁਝ ਸਿਆਣੇ ਜਿਨ੍ਹਾਂ ਨੂੰ ਕੁਦਰਤ ਨੇ ਤੌਫੀਕੀਅਤ ਦਿੱਤੀ, ਉਹਨਾਂ ਨੂੰ ਕਿਹਾ ਗਿਆ ਭਜਨ ਕਰੋ। ਇਹੋ ਜਿਹੇ ਲਫ਼ਜ਼ਾਂ, ਅਲਫਾਜ਼ਾਂ, ਹਰਫਾਂ, ਅੱਖਰਾਂ ਦਾ ਵਾਰ-ਵਾਰ ਦੁਹਰਾਓ ਕਰੋ, ਲਿਟਰਲੀ ਤੌਰ 'ਤੇ, ਜਿਨ੍ਹਾਂ ਦਾ ਪ੍ਰਭਾਵ ਸਾਡੇ ਜੀਵਨ ਨੂੰ ਸੁਧਾਰ ਵਾਸਤੇ ਲਿਜਾ ਸਕੇ। ਪਰ ਫਿਰ ਵੀ ਭਜਨ ਕਰਨਾ ਆ, ਬੰਦਾ ਸਪੋਜ਼ ਨਿਤਨੇਮ ਹੀ ਕਰਦਾ ਆ, ਬਾਣੀ ਪੜ੍ਹਦਾ ਆ, ਕਈ ਵਾਰੀ ਮਨ ਦੇ ਖਿਆਲ ਆਉਂਦੇ ਨੇ ਕਾਹਦੇ ਲਈ ਪੜ੍ਹਨੀ ਹੈ, ਜਾਂ ਕੋਈ ਪੁੱਛ ਹੀ ਲੈਂਦਾ ਹੈ ਵਾਈ ਡੂ ਹੈਵ ਟੂ ਰਿਸਾਈਟ ਗੁਰੂ ਗ੍ਰੰਥ ਸਾਹਿਬ ਬਾਣੀ ਅਗੇਨ ਐਂਡ ਅਗੇਨ। ਦੈਨ ਸੈਕਿੰਡ ਜਿਹੜੀ ਧਾਤ ਆਉਂਦੀ ਹੈ, ਚਾਹੁੰਦਾ ਗੱਗਾ ਗਿਆਨ। ਬਾਣੀ ਕਹਿੰਦੀ ਹੈ ਕਿ ਮਨ ਸਮਝਾਵਨ ਕਾਰਨ ਕਛੂ ਪੜ੍ਹੀਐ ਗਿਆਨ। ਆਖਰਕਾਰ ਮਨ ਨੂੰ ਸਮਝਾਉਣਾ ਆ, ਜ਼ਿਆਦਾ ਨਹੀਂ ਤੇ ਕੁਝ ਤੇ ਪੜ੍ਹ, ਕੁਝ ਤੇ ਐਸਾ ਅਹਿਸਾਸ ਕਰ ਜਿਹੜਾ ਮਨ ਦੀ ਦੁਨੀਆ ਨੂੰ ਸਹੀਜਣ ਵਾਸਤੇ, ਉਹਨਾਂ ਨੂੰ ਸਹੀ ਡਾਇਰੈਕਸ਼ਨ ਦੇਣ ਵਾਸਤੇ ਹੋ ਸਕੇ। ਸੋ ਇਹ ਮਨ ਦਾ ਗਿਆਨ ਆ। ਇਹ ਪੜ੍ਹ ਕੇ ਮੈਂ ਕਈ ਵਾਰ ਬੇਨਤੀ ਕਰਦਾ, ਤੁਸੀਂ ਇਹ ਸੋਚੋ ਕਿ ਕੋਈ ਗੁਰਬਾਣੀ ਪੜ੍ਹ ਕੇ ਕੈਮਿਸਟਰੀ ਦਾ ਟੈਸਟ ਰਾਈਟ ਵੇ ਪਾਸ ਕਰ ਜਾਏਗਾ, ਨਹੀਂ, ਇਹ ਤਾਂ ਨਹੀਂ ਹੋ ਪਾਏਗਾ। ਉਹਦੇ ਲਈ ਕੈਮਿਸਟਰੀ ਦੀ ਟੈਕਸਟ ਬੁੱਕ ਹੀ ਪੜ੍ਹਨੀ ਪਏਗੀ। ਹਾਂ, ਗੁਰਬਾਣੀ ਪੜ੍ਹ ਕੇ ਇਹ ਜ਼ਰੂਰ ਪਤਾ ਲੱਗ ਜਾਏਗਾ ਵੀ ਪੜ੍ਹਨਾ ਕਿਵੇਂ ਹੈ, ਪੜ੍ਹਨਾ ਕਾਹਦੇ ਲਈ ਹੈ, ਪੜ੍ਹਨਾ ਕਿਉਂ ਹੈ, ਪੜ੍ਹ ਕੇ ਕੀ ਹੋਏਗਾ, ਇਹ ਪਤਾ ਲੱਗ ਜਾਏਗਾ। ਮਨ ਦੀ ਦੁਨੀਆ ਉਸ ਪਾਸੇ ਸਮਝ ਆਏਗੀ। ਸੋ ਇਹ ਅਹਿਸਾਸ ਜਿਹੜਾ ਹੈ, ਇੱਥੇ ਜਾ ਕੇ ਫਿਰ ਗਿਆਨ ਆਉਂਦਾ, ਤੇ ਗਿਆਨ ਹੁੰਦਾ ਅੰਦਰ ਦੀ ਦੁਨੀਆ। ਅੰਦਰ ਦੀ ਦੁਨੀਆ ਦੇ ਵਿੱਚ ਹੁਣ ਭਗਤ ਆਪ ਭਗਤੀ ਕਰਨੀ ਹੈ। ਕਿਸੇ ਨੂੰ ਭਗਤੀ ਲਈ ਪ੍ਰੇਰਨਾ ਆ, ਤੇ ਇਹ ਇੱਕ ਦੋ ਦਿਨ ਦੀ ਖੇਡ ਨਹੀਂ ਹੈ, ਤੇ ਜੀਵਨ ਪ੍ਰਯੰਤ ਕੋਰਸ ਆ। ਤੇ ਬੰਦੇ ਦੇ ਜਨਮ ਤੋਂ ਲੈ ਕੇ ਮਹਾਰਾਜ ਦੇ ਸ਼ਬਦ ਪੜ੍ਹਦੇ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ, ਜਦੋਂ ਤੱਕ ਸਾਹ ਹੈ ਉਦੋਂ ਤੱਕ ਚੱਲੇਗੀ ਚੀਜ਼। ਪਰ ਗਿਆਨ ਇਹ ਫਿਰ ਮਲਟੀਪਲ ਲੈਵਲ ਦਾ ਹੁੰਦਾ ਹੈ। ਤੇ ਕੁਝ ਗਿਆਨ ਐਸਾ ਆ ਜਿਹੜਾ ਰੱਬ ਦੇ ਭੈ, ਗੁਰੂ ਦੇ ਭੈ ਵਿੱਚ ਤੁਰਦਿਆਂ ਕਈ ਵਾਰੀ ਜੀਵਨ ਦੇ ਵਿੱਚੋਂ ਆਪਣੇ ਆਪ, ਜਿਹਨੂੰ ਕਹਿੰਦੇ ਕਿ ਕੋਈ ਥਾਟ ਸਪਾਰਕ ਕਰਦਾ ਆ, ਬੰਦੇ ਨੂੰ ਕੁਝ ਚੀਜ਼ਾਂ ਡਿਫਰੈਂਟ ਐਂਗਲ ਤੋਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ। ਮੇਰੇ ਇੱਕ ਬੜੇ ਪਿਆਰੇ ਸੱਜਣ ਨੇ, ਤੇ ਬੜੇ
ਕਾਮਯਾਬ ਪ੍ਰੋਫੈਸ਼ਨਲ ਨੇ, ਵੈਸਟਰਨ ਐਜੂਕੇਸ਼ਨ ਚੰਗੀ ਲਈ ਹੈ, ਇੱਥੇ ਕੰਮਕਾਰ ਕਰਦੇ ਸਾਰਾ, ਪਰ ਇੱਕ ਲੈਵਲ 'ਤੇ ਦੇਖਿਆ ਕਿ ਕੁਝ ਇੱਕ ਸਰਟਨ ਲੈਵਲ ਦੀ ਉਹ ਜੋਬ ਵਿੱਚ ਰਹਿੰਦੇ, ਉਸ ਤੋਂ ਹਾਇਰ ਲੈਵਲ 'ਤੇ ਉਹਨਾਂ ਤੋਂ ਜੂਨੀਅਰ ਬੰਦੇ ਚਲੇ ਗਏ, ਉਹਨਾਂ ਤੋਂ ਘੱਟ ਸੀਨੀਅਰਿਟੀ ਵਾਲੇ ਬੰਦੇ ਚਲੇ ਗਏ। ਕੋਈ ਬੰਦਾ ਕਹਿ ਸਕਦਾ ਰੇਸਿਜ਼ਮ ਹੋਏਗਾ, ਨਹੀਂ, ਪੀਪਲ ਵਿਦ ਕਲਰ ਦੇ ਵੈਂਟ ਦੇਅਰ ਆਲ ਦਾ ਵੇ ਐਕਚੁਅਲੀ ਔਨ ਹਾਇਰ ਲੈਵਲਸ। ਹੋਰ ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਅਖੀਰ ਉਹਨਾਂ ਦਾ ਆਪਣਾ ਇੱਕ ਕੁਲੀਗ ਜਿਹਨੇ ਬੜਾ ਲੰਬਾ ਸਮਾਂ ਕੰਮ ਕੀਤਾ, ਉਹ ਕਿਤੇ ਡਾਇਰੈਕਟਰ ਦੀ ਪੋਜੀਸ਼ਨ 'ਚ ਆਇਆ, ਅਤੇ ਉਹਨੇ ਪਹਿਲਾਂ ਏਮ ਹੀ ਇਹ ਬਣਾਇਆ ਵੀ ਇਹ ਬੰਦਾ ਲੰਬਾ ਸਮਾਂ ਹੋ ਗਿਆ, ਇਹਦਾ ਸਾਡੀ ਆਰਗੇਨਾਈਜੇਸ਼ਨ 'ਚ ਬੜਾ ਵੱਡਾ ਕੰਟਰੀਬਿਊਸ਼ਨ ਹੈ, ਇਹਨੂੰ ਹੁਣ ਹਾਇਰ ਲੈਵਲ 'ਤੇ ਲੈ ਕੇ ਜਾਣਾ। ਖੈਰ ਉਹ ਸਾਰੀ ਉਹਨੇ ਆਪ ਵੀ ਐਫਰਟ ਪਾਈ, ਉਹਨੇ ਸਾਡੇ ਉਹ ਭਾਈ ਸਾਹਿਬ ਵੀਰ ਜੀ ਨੂੰ ਪ੍ਰੇਰਿਆ, ਅਤੇ ਅਲਟੀਮੇਟਲੀ ਜਦੋਂ ਗੱਲ ਬਿਲਕੁਲ ਨੇੜੇ ਲੱਗ ਗਈ ਤੇ ਉਸ ਦਿਨ ਬੋਰਡ ਆਫ ਡਾਇਰੈਕਟਰ ਦੇ 'ਚ ਬੈਠਿਆਂ ਉਹ ਲੜ ਪਏ। ਤੇ ਖੈਰ ਉਹ ਗੱਲ ਕਿਤੇ ਚੱਲ ਨਹੀਂ ਸਕੇ, ਕੰਮ ਉੱਥੇ ਹੀ ਰੁਕ ਗਿਆ। ਉਹ ਮਿੱਤਰ ਜਿਹੜਾ ਉਹਨਾਂ ਦਾ ਸੀ, ਉਹ ਬਹੁਤ ਪਰੇਸ਼ਾਨ ਹੋਇਆ, ਕਿਉਂਕਿ ਉਹਨੇ ਬੜੀ ਐਫਰਟ ਪਾਈ ਸੀ। ਉਹ ਕਹਿੰਦੇ ਮੈਂ ਤਾਂ ਡਾਇਰੈਕਟਰ ਦੀ ਪੋਸਟ ਵੀ ਇਸੇ ਕਰਕੇ ਐਕਸੈਪਟ ਕੀਤੀ ਵੀ ਕਿਉਂਕਿ ਆਈ ਵਾਜ਼ ਵਾਚਿੰਗ ਯੂ ਡੇ ਐਂਡ ਨਾਈਟ, ਯੂ ਡਿਡ ਸੋ ਮਚ ਫਾਰ ਦਿਸ ਆਰਗੇਨਾਈਜੇਸ਼ਨ, ਯੂ ਰੀਅਲੀ ਡਿਜ਼ਰਵ ਇਟ। ਫਿਰ ਉਹਨੇ ਕਿਹਾ, ਹਾਲਾਂਕਿ ਆਪ ਵੀ ਉਹ ਸਾਰੇ ਸਾਈਕੋਲੋਜੀ ਦੇ ਫੀਲਡ 'ਚ ਹੀ ਕੰਮ ਕਰਦੇ, ਉਹ ਕਹਿੰਦਾ ਹੈ ਸਾਡੇ ਉਸ ਵੀਰ ਜੀ ਨੂੰ, ਕਹਿੰਦਾ ਹੈ ਕਿ ਮੇਰੀ ਤੈਨੂੰ ਇੱਕ ਰਿਕੁਐਸਟ ਆ, ਆਪਣੀ ਸਾਈਕੋਲੋਜੀਕਲ ਅਸੈਸਮੈਂਟ ਕਰਾ, ਸਮਥਿੰਗ ਇਜ਼ ਰੋਂਗ, ਕੁਛ ਤੇ ਹੈ ਜਿਹੜਾ ਇੰਨੀ ਖੀਰ ਬਣੀ ਹੋਈ ਦੇ ਉੱਤੇ ਸਵਾਬ ਆ ਗਿਆ, ਕੁਛ ਤੇ ਹੈ। ਇਟਸ ਨਾਟ ਯੂ, ਇਟਸ ਨਾਟ ਯੂਰ ਕੈਲੀਬਰ, everyone is actually praising you, everyone is actually admiring that you are a really deserving candidate, and that day even you know that they are gonna present you, but somehow you didn't accept it, and ਜਿਹੜਾ ਤੂੰ ਤਰੀਕਾ ਵੀ ਅਪਣਾਇਆ ਉਹ ਵੀ ਠੀਕ ਨਹੀਂ, ਕੁਛ ਤੇ ਹੈ ਹੋ ਜਿਹਾ। ਖੈਰ ਉਹ ਬਾਤ ਚੱਲੀ, ਮੇਰੇ ਨਾਲ ਹੀ ਬੜੀ ਬੜੀ ਲੰਮੀ ਚੌੜੀ ਉਹਨਾਂ ਦੀ ਗੱਲ ਹੋਈ, ਅਸੀਂ ਗੱਲਾਂ ਬਾਤਾਂ ਕੀਤੀਆਂ। ਅਖੀਰ ਫਿਰ ਉਹ ਕੁਛ ਕੁਰੇਦਣ ਲੱਗੇ, ਤੇ ਕੁਰੇਦਿਆਂ ਪਤਾ ਕੀ ਲੱਗਾ ਕਿ ਬਚਪਨ ਦੇ ਵਿੱਚ ਮਾਂ ਗੁਜ਼ਰ ਗਈ ਉਸ ਸਮੇਂ ਦੇ ਵਿੱਚ ਜਦੋਂ ਮਾਂ ਦੀ ਬਹੁਤ ਲੋੜ ਹੁੰਦੀ ਹੈ, ਜਦੋਂ ਬੱਚਾ ਮਾਂ ਦੇ ਨਾਲ ਸੌਂਦਾ ਆ, ਜਦੋਂ ਮਾਂ ਦੀਆਂ ਅੱਖਾਂ 'ਚ ਦੁਨੀਆ ਵੇਖਦਾ ਆ, ਮਾਂ ਗੁਜ਼ਰ ਗਈ ਤੇ ਉਹ ਚੀਜ਼ ਯਾਦ ਆਈ। ਖੈਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ, ਉਸ ਵਕਤ ਸ਼ਾਇਦ ਉਹਨਾਂ ਦੇ ਭੂਆ ਜੀ ਇਕੱਲੇ ਸੀਗੇ ਜਿਹੜੇ ਕਾਫੀ ਏਜਡ ਸੀਗੇ, ਉਹਨਾਂ ਨਾਲ ਗੱਲ ਕੀਤੀ, ਮੇਰੇ ਨਾਲ ਗੱਲ ਕੀਤੀ। ਮੈਂ ਕਿਹਾ ਪਲੀਜ਼ ਉਹਨਾਂ ਨਾਲ ਗੱਲ ਕਰੋ ਥੋੜ੍ਹੀ, ਜ਼ਰੂਰ ਉਸ ਸਮੇਂ ਦੀ ਗੱਲ ਕਰੋ, ਹੋ ਸਕਦਾ ਕੁਛ ਆਵੇ, ਕਿਉਂਕਿ ਹੁਣ ਤੇ ਬਹੁਤ ਰੀਸੈਂਟ ਇੱਕ ਬੜਾ ਵੱਡਾ ਐਪੀਸੋਡ ਹੋਇਆ ਹੈ, ਆਪਾਂ ਇਹਦੇ 'ਚ ਕੁਛ ਚੰਗਾ ਲੱਭ ਲੈਂਦੇ ਹਾਂ। ਮੈਂ ਕਿਹਾ ਭਜਨ ਕਰਨਾ ਤੇ ਭਜਨ ਕਰਨਾ ਗੁਰੂ ਦਾ, ਭਜਨ ਕਰਨਾ ਰੱਬ ਦਾ, ਭਜਨ ਕਰਨਾ ਉਸ ਕਰਤਾਰ ਦਾ ਜਿਹਨੇ ਜੀਵਨ ਦਿੱਤਾ ਆ, ਉਹਨੇ ਪਰਪਸ ਵੀ ਦਿੱਤਾ ਆ, ਉਹਨੇ ਬਹੁਤ ਕੁਝ ਜੀਣ ਵਾਸਤੇ ਪ੍ਰੋਵਾਈਡ ਵੀ ਕਰਾਇਆ ਆ, ਪਰ ਫਿਰ ਕਿਤੇ ਨਾ ਕਿਤੇ ਮੈਨੂੰ ਉਹਦੇ ਪ੍ਰਤੀ ਵੀ ਸ਼ਿਕਾਇਤ ਆ, ਮੈਨੂੰ ਸੰਸਾਰ ਦੇ ਪ੍ਰਤੀ ਵੀ ਸ਼ਿਕਾਇਤ ਆ, ਕੁਛ ਤੇ ਗੜਬੜ ਹੋਏਗੀ। ਇਹ ਤੋਂ ਫਿਰ ਬੰਦੇ ਨੂੰ ਥੋੜਾ ਗਿਆਨ ਵੀ ਚਾਹੀਦਾ, ਸਮਝ ਵੀ ਚਾਹੀਦੀ ਹੈ। ਹਰ ਜਿਹੜੀ ਬਾਤ ਕਰ ਰਿਹਾ ਸੀਗਾ, ਉਹਨਾਂ ਨੇ ਭੂਆ ਜੀ ਨਾਲ ਗੱਲ ਕੀਤੀ ਆਪਣੇ ਨਾਲ, ਤੇ ਉਹ ਕਹਿੰਦੇ ਹਾਂ ਜਦੋਂ ਉਹ ਚੀਜ਼ ਹੋਈ ਉਸ ਤੋਂ ਬਾਅਦ ਤੇਰੇ ਵਰਤਾਓ 'ਚ ਇੱਕ ਫਰਕ ਦੇਖਿਆ। ਫਰਕ ਇਹ ਦੇਖਿਆ ਕਿ ਜੇ ਸਾਰਾ
ਟੱਬਰ ਇੱਕ ਜਗ੍ਹਾ ਤੇ ਬੈਠਾ ਆ, ਸਪੋਜ਼ ਕਰੋ ਅਸੀਂ ਚੌਂਕੇ 'ਚ ਬੈਠੇ ਆ, ਪੁਰਾਣੇ ਸਮੇਂ ਪੰਜਾਬ ਵਿੱਚ ਚੌਂਕੇ ਹੁੰਦੇ ਸੀ, ਠੀਕ ਹੈ, ਤੇ ਤੈਨੂੰ ਆਵਾਜ਼ ਮਾਰ ਰਹੀ ਤੂੰ ਚੌਂਕੇ ਦੀ ਦਹਲੀਜ਼ ਤੇ ਹੀ ਖੜਨਾ, ਅੰਦਰ ਨਹੀਂ ਆਉਣਾ। ਜੇ ਕਿਸੇ ਨੇ ਫੋਰਸਫੁਲੀ ਲਿਆਉਣ ਦੀ ਟਰਾਈ ਕਰਨੀ ਤੇ ਤੂੰ ਸਾਰਾ ਮਾਹੌਲ ਖਰਾਬ ਕਰ ਦੇਣਾ। ਇਹ ਚੀਜ਼ ਰਹੀ ਉਦੋਂ ਤੇਰੇ ਵਿਹਾਰ ਤੇ, ਇਹ ਇੱਕਦਮ ਹੋਇਆ ਉਸ ਰੂਪ ਦੇ ਵਿੱਚ। ਹੋਇਆ ਕਿ ਅਹਿਸਾਸ ਲੱਗਾ, ਪਤਾ ਲੱਗਾ ਇਸ ਚੀਜ਼ ਗੱਲ ਦਾ, ਅਸਲ 'ਚ ਮਨ 'ਚ ਇੱਕ ਬਿਟਰਨੈਸ ਕ੍ਰੀਏਟ ਹੋਈ ਕਿ ਇਹ ਸੰਸਾਰ ਮੈਨੂੰ ਕੀ ਕੰਫਰਟ ਦੇਗਾ, ਮੇਰੇ ਤੋਂ ਸਭ ਤੋਂ ਵੱਡਾ ਕੰਫਰਟ ਖੋਹ ਲਿਆ ਇਹਨੇ। ਤੇ ਜੇ ਥੋੜਾ ਬਹੁਤਾ ਕੰਫਰਟ ਦੇਣ ਦੀ ਟਰਾਈ ਵੀ ਕਰਨ, ਮੈਂ ਕਿਉਂ ਐਕਸੈਪਟ ਕਰਾਂ? ਕਿਉਂਕਿ ਜਦੋਂ ਉਸ ਕੰਫਰਟ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ, ਕੋਈ ਤਾਂ ਸਬਸਟੀਟਿਊਟ ਹੀ ਨਹੀਂ ਹੈਗਾ, ਤੇ ਇਹ ਕੰਫਰਟ ਮੈਨੂੰ ਐਕਸੈਪਟ ਨਹੀਂ ਹੈਗਾ। ਉਹੀ ਵਿਹਾਰ, ਉਹੀ ਜਿਹੜਾ ਹੈ ਸੋਚ ਜੀਵਨ ਪਰਯੰਤ ਚੱਲਦੀ ਰਹੀ। ਉਹ ਕਹਿੰਦੇ ਹੁਣ ਆ ਕੇ ਮਹਿਸੂਸ ਹੋਇਆ, ਓਹੋ ਇਹਦੇ ਕਰਕੇ ਚਲੋ ਮੈਂ ਤੇ ਸਫ਼ਰ ਕਰ ਰਿਹਾ, ਹੋਰ ਕਿੰਨੇ ਲੋਕ ਸਫ਼ਰ ਕਰ ਰਹੇ ਨੇ, ਜਿਨ੍ਹਾਂ ਲੋਕਾਂ ਨੂੰ ਮੇਰੇ ਤੱਕ ਕੁਛ ਕਿਸੇ ਲੈਵਲ ਤੇ ਦੇਖਿਆ ਕਿ ਭਾਈ ਇਹਦੀ ਮਦਦ ਕਰੀਏ, ਇਹਨੂੰ ਆਸਾਨੀ ਦਈਏ, ਜੀਵਨ 'ਚ ਇਹਨੂੰ ਹੈਲਪ ਕਰੀਏ। ਪਰ ਮੈਂ ਕਿਹਾ ਨਾ, ਮੈਂ ਤੇ ਤੁਹਾਨੂੰ ਇਸ ਕੰਮ ਵਿੱਚ, ਮੈਂ ਤੇ ਤੁਹਾਨੂੰ ਹੋਣ ਹੀ ਨਹੀਂ ਦੇਣਾ ਤੁਹਾਡੇ ਤੋਂ ਕੰਮ। ਜਿਵੇਂ ਮੇਰਾ ਦੋਸਤ ਹੁਣ ਕਹਿੰਦਾ ਹੱਦ ਹੋ ਗਈ, ਇੰਨੀ ਐਫਰਟ ਪਾਈ, ਸਾਰਾ ਕੁਛ ਕੀਤਾ। ਇਹ ਗਿਆਨ ਹੈ ਜੀ, ਮੈਂ ਇੱਕ ਲੇਅਰ ਦੀ ਗੱਲ ਕੀਤੀ ਹੈ। ਇਹ ਗਿਆਨ ਕੱਲੀਆਂ ਬਾਹਰ ਦੀਆਂ ਕਿਤਾਬਾਂ ਪੜ੍ਹ ਕੇ ਨਹੀਂ ਆਉਂਦਾ, ਜੇ ਬੰਦੇ ਨੇ ਆਪਣੇ ਮਨ ਨੂੰ ਨਾ ਪੜ੍ਹਿਆ। ਇਹ ਗਿਆਨ ਇਸ ਤਰੀਕੇ ਨਾਲ ਵੀ ਸਮਝ ਨਾ ਆਵੇ ਕਿ ਬਹੁਤ, ਇਸੇ ਕਰਕੇ ਜਿਹੜੀ ਕੰਪਲੈਕਸਿਟੀ ਹੈ, ਜਿਹੜਾ ਖਾਸ ਕਰਕੇ ਬੜਾ ਗੁੰਝਲਦਾਰ ਇਸ਼ੂ ਹੈ, ਉਹ ਹਿਊਮਨ ਪਰਸੋਨਾ ਆ। ਬੰਦੇ ਨੂੰ ਕਿਹਾ ਗਿਆ ਕੁਝ ਚੀਜ਼ਾਂ ਬਹੁਤ ਸਿੰਪਲ ਨੇ, ਉਹਨਾਂ ਸਿੰਪਲ ਨੂੰ ਫੋਲੋ ਕਰ। ਸਿੰਪਲ ਕੀ ਹੈ? ਭਜਨ ਕਰਨਾ, ਸਵੇਰੇ ਉੱਠੇ ਬੈਠ ਕੇ ਨਿਤਨੇਮ ਕੀਤਾ, ਕਿਸੇ ਰੱਬੀ ਵਿਸ਼ਵਾਸ ਵਿੱਚ, ਕਿਸੇ ਗੁਰੂ ਦੀ ਅਕੀਦਤ ਵਿੱਚ। ਭਗਤ ਇੱਥੋਂ ਹੀ ਹੁੰਦਾ। ਭਗਤ ਕੋਈ ਬਹੁਤ ਜ਼ਿਆਦਾ ਇਹ ਨਹੀਂ ਕਿ ਉਸ ਨੂੰ ਪਹਿਲੇ ਲੈਵਲ ਤੇ ਕੋਈ ਬਹੁਤ ਸੋਝੀ ਹੋਏ, ਬਸ ਨਾ, ਉਹਨੂੰ ਉਹਦਾ ਵਿਸ਼ਵਾਸ ਆ। ਫਿਰ ਉਹ ਜੋ ਕਰਦੇ ਗਿਆਨ ਪੈਦਾ ਹੁੰਦਾ। ਤੇ ਗਿਆਨ ਸਿਰਫ ਇਹ ਨਹੀਂ ਕਿ ਉਸ ਨੂੰ ਦੂਜਿਆਂ ਨਾਲੋਂ ਜ਼ਿਆਦਾ ਗੱਲਾਂ ਆਉਂਦੀਆਂ ਜਾਂ ਦੂਜਿਆਂ ਨਾਲੋਂ ਜ਼ਿਆਦਾ ਕੋਈ ਖਾਸ ਉਹਨੂੰ ਕੋਈ ਟੈਕਨੀਕਲ ਗਿਆਨ ਆ ਗਿਆ ਨਾ, ਉਹਨੂੰ ਇੱਕ ਅਹਿਸਾਸ ਹੋ ਗਿਆ ਜੀਵਨ ਦੇ ਅਸਲ ਭਾਵ ਦਾ। ਜਦੋਂ ਆਹੀ ਬਾਤ ਕੀਤੀ, ਉਹ ਕਹਿੰਦੇ ਸੱਚ ਇਹ ਹੈ ਕਿ ਚਲੋ ਜੋ ਮੈਂ ਤੇ ਗੁਜ਼ਰਿਆ, ਜਿਸ ਚੀਜ਼ ਚੋਂ ਗੁਜ਼ਰਿਆ, ਜਿਸ ਪੇਨ, ਜਿਸ ਸਫਰਿੰਗ ਦੇ ਵਿੱਚੋਂ, ਪਰ ਐਟਲੀਸਟ ਹੁਣ ਮੇਰੀ ਪ੍ਰੈਕਟਿਸ ਦਾ ਹਿੱਸਾ ਹੋਏਗਾ, ਮੈਂ ਕਿਸੇ ਦੀ ਮਦਦ ਕਰ ਸਕਾਂਗਾ, ਮੈਂ ਆਪਣੀ ਸਟੋਰੀ ਕਿਸੇ ਨਾਲ ਸ਼ੇਅਰ ਕਰ ਸਕਾਂਗਾ, ਮੈਂ ਕਿਸੇ ਨੂੰ ਸ਼ੀਸ਼ਾ ਵਿਖਾ ਸਕਾਂਗਾ, ਮੈਂ ਇੱਥੇ ਖੜਾ ਰਿਹਾ ਇੰਨੇ ਸਾਲ ਇਸ ਰੂਪ ਦੇ ਵਿੱਚ, ਤੁਸੀਂ ਤੇ ਨਹੀਂ ਖੜੇ ਕਿਤੇ ਇੱਥੇ। ਇਹ ਰੂਪ ਆ। ਫਿਰ ਉਸ ਤੋਂ ਬਾਅਦ ਤੀਸਰਾ ਲਫ਼ਜ਼ ਆਉਂਦਾ ਇਹਦੇ 'ਚ। ਪਹਿਲਾ ਭਜਨ ਸੀਗਾ, ਦੂਸਰਾ ਗਿਆਨ ਸੀਗਾ, ਤੀਸਰਾ ਹੈ ਤਿਆਗ। ਤਿਆਗ ਉਦੋਂ ਆਉਂਦਾ ਹੈ ਜਦੋਂ ਬੰਦੇ 'ਚ ਸਮਝ ਆ ਜਾਏ ਕਿਸੇ ਚੀਜ਼ ਦੀ। ਅਦਰਵਾਈਜ਼ ਜਿਹੜਾ ਬੰਦਾ ਸ਼ਰਾਬ ਪੀਂਦਾ ਹੈ, ਉਹਨੂੰ ਕੋਈ ਸ਼ਰਾਬ ਛੱਡ ਦੇ, ਉਹ ਕਹਿੰਦਾ ਇਹ ਪਾਗਲ ਹੈ ਬੰਦਾ, ਇਹਨੂੰ ਪਤਾ ਹੀ ਕੁਛ ਨਹੀਂ ਹੈਗਾ, ਮੈਨੂੰ ਤਾਂ ਨੀਂਦ ਹੀ ਪੀ ਕੇ ਆਉਂਦੀ ਹੈ। ਕੋਈ ਬੰਦਾ ਕੁਝ ਘੱਟ ਵੱਧ ਖਾਂਦਾ ਆ, ਮਿੱਠਾ ਖਾਂਦਾ, ਕੁਝ ਹੋਰ ਗ੍ਰੀਸੀ ਫੂਡ ਖਾਂਦਾ, ਤੁਸੀਂ ਉਹਨੂੰ ਕਹਿੰਦੇ ਹੋ ਨਾ ਇਹ ਨਾ ਖਾਇਆ ਕਰ, ਪਾਗਲ ਹੈ ਅਸਲ ਦੇ ਵਿੱਚ, ਤੈਨੂੰ ਕੀ ਪਤਾ ਹੈ? ਕਿਉਂ? ਕਿਉਂਕਿ ਉਸ ਬਾਬਤ ਉਹਨੂੰ ਆਪ ਇਸ ਚੀਜ਼ ਬਾਰੇ ਅਜੇ ਇਹ ਬਿਲਕੁਲ ਉਹਦਾ ਅੰਦਰ ਕਨਵਿੰਸ ਹੈ ਇਸ ਗੱਲ ਦੇ ਉੱਤੇ ਕਿ ਦਿਸ ਇਜ਼ ਗੁੱਡ ਥਿੰਗ ਫॉर ਮੀ, ਆਈ ਕੈਨ ਨਾਟ ਲੀਵ ਇਟ। ਇਹ ਜਦੋਂ ਗਿਆਨ ਆਵੇਗਾ ਵੀ ਨੋ ਐਕਚੁਅਲੀ ਇਹ ਚੀਜ਼ ਤੋਂ ਬਿਨਾਂ ਵੀ ਜੀਆ ਜਾ ਸਕਦਾ ਹੈ, ਜ਼ਰੂਰੀ ਨਹੀਂ ਇਹਦੇ ਡਿਪੈਂਡ ਰਹਿਣਾ ਆ, ਉਦੋਂ ਫਿਰ ਇੱਕ ਤਿਆਗ ਦੀ ਬਿਰਤੀ ਪੈਦਾ ਹੁੰਦੀ ਹੈ। ਤੇ ਤਿਆਗ ਖਾਣ ਪਾਣ, ਰਹਿਣ ਸੌਣ, ਜੀਵਨ ਦੇ ਹਰ ਪੱਖ 'ਚ ਵਿਚਰਨ 'ਚ ਆਉਂਦਾ ਆ।
ਜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਪੜ੍ਹੋਗੇ, ਭਗਤ ਦੀ ਪਰਿਭਾਸ਼ਾ ਤੁਸੀਂ ਪੜ੍ਹੋ, ਬਿਲਕੁਲ ਗੁਰੂ ਮਹਾਰਾਜ ਜਦੋਂ ਤਿੰਨਾਂ ਨੂੰ ਭਜਨ, ਗਿਆਨ ਤੇ ਤਿਆਗ ਨੂੰ ਪੂਰੀਆਂ ਕਰਦੇ ਨੇ, ਤੇ ਉਦੋਂ ਬਿਆਨ ਕੀ ਕਰਦੇ ਨੇ? ਭਗਤਾਂ ਕੀ ਚਾਲ ਨਿਰਾਲੀ। ਭਗਤਾਂ ਦੀ ਚਾਲ ਦੂਜਿਆਂ ਨੂੰ ਨਿਰਾਲੀ ਲੱਗਦੀ ਹੈ, ਵੱਖਰੀ ਲੱਗਦੀ ਹੈ। ਉਹ ਡਿਫਰ ਕਰਦੇ ਨੇ ਦੂਜਿਆਂ ਨਾਲੋਂ। ਕਿਉਂ ਕਰਦੇ ਨੇ? ਕਿਆ ਭਗਤਾਂ ਕੀ ਚਾਲ ਨਿਰਾਲੀ, ਬਿਖਮ ਮਾਰਗ ਚੱਲਣਾ। ਆਮ ਲੋਕਾਂ ਨੂੰ ਲੱਗਦਾ ਔਖਾ ਮਾਰਗ ਆ, ਔਖਿਆਈ ਦੇਣ ਦੀ ਕੀ ਲੋੜ ਹੈ, ਸਭ ਕੁਝ ਸੌਖਾ ਪ੍ਰਾਪਤ ਹੋ ਰਿਹਾ। ਜਿਵੇਂ ਸਪੋਜ਼ ਮੈਂ ਇੱਥੇ ਇਸ ਨਾਰਥ ਅਮਰੀਕਨ ਕਲਚਰ 'ਚ ਚੀਜ਼ਾਂ ਦੇਖੀਆਂ ਨੇ। ਅਸੀਂ ਇੱਥੇ ਡਰੱਗ ਅਵੇਅਰਨੈਸ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਥੋੜ੍ਹਾ ਬਹੁਤਾ ਪਾਰਟੀਸਪੇਟ ਕਰਦੇ ਇਹਦੇ ਵਿੱਚ। ਤੇ ਕੋਈ ਅਲਕੋਹਲ ਦੇ ਉੱਤੇ ਪਹਿਲੀ ਵਾਰੀ ਜਦੋਂ ਬਾਤ ਚੱਲੀ ਤੇ ਇੱਕ ਦੋ ਬੰਦਿਆਂ ਨੇ ਮੇਰੇ ਨਾਲ ਬੜੀ ਬਹਿਸ ਕੀਤੀ। ਕਹਿਣ ਲੱਗੇ ਕਿ ਇਹ ਕੀ ਪਾਗਲਪਨ ਆ, ਉੱਥੇ ਇੰਨੀ ਮਹਿੰਗੀ ਸੀ, ਮਿਲਦੀ ਨਹੀਂ ਸੀ ਇਸ ਰੂਪ ਵਿੱਚ, ਇੱਥੇ ਓਪਨਲੀ ਮਿਲਦੀ ਹੈ, ਵਧੀਆ ਆ ਪੀਣ ਨੂੰ, ਹਜੇ ਕੋਈ 4 ਲੋਕੀ ਪੀ ਲੈਂਦੇ ਨੇ, ਕੀ ਫਰਕ ਪੈਂਦਾ ਇਹਦੇ ਨਾਲ? ਤੁਹਾਨੂੰ ਦੱਸੋ ਮੈਨੂੰ। ਸਾਰੇ ਲੋਕ ਪੀ ਰਹੇ ਨੇ ਤੇ ਵੈਸੇ ਹੀ ਸੋਸ਼ਲ ਡਰਿੰਕਿੰਗ ਜਿਹੜੀ ਇਹਨੂੰ ਸੋਸ਼ਲ ਡਰਿੰਕ ਦੇ ਤੌਰ ਤੇ ਵੇਖਿਆ ਜਾਂਦਾ ਹੈਗਾ, ਹਰ ਪਾਰਟੀ 'ਚ ਹਰ ਜਗ੍ਹਾ ਤੇ ਮੌਜੂਦ ਹੁੰਦੀ ਹੈ। ਤੁਸੀਂ ਐਵੇਂ ਰੌਲਾ ਪਾਈ ਜਾਂਦੇ ਇਸ ਰੂਪ ਦੇ 'ਚ। ਉਹਨਾਂ ਲਈ ਬੜੀ ਅਖਿਆਈ ਵਾਲਾ ਕੰਮ ਹੈ, ਕਿੱਡਾ ਔਖਾ ਕੰਮ ਹੈ। ਕਿਉਂ? ਕਾਹਦੇ ਲਈ ਔਖੇ ਹੋਣਾ ਜਦੋਂ ਈਜ਼ੀਲੀ ਮੁਯੱਸਰ ਆ ਕੋਈ ਚੀਜ਼ ਮਿਲ ਰਹੀ ਹੈ। ਲਓ ਭਾਈ, ਜਿਹੜਾ ਸੰਸਾਰ ਚੱਲਦਾ ਉਸ ਚਾਲ ਚੱਲੀ ਚੱਲੋ। ਪਰ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਇੱਕ ਐਕਸਟਰਾ ਐਫਰਟ ਪਾ ਕੇ ਕਰਨੀਆਂ ਪੈਂਦੀਆਂ ਨੇ, ਕਰਨੀਆਂ ਚਾਹੀਦੀਆਂ ਨੇ। ਉਹ ਜੀਵਨ ਨੂੰ ਉਸਾਰਦੀਆਂ ਨੇ, ਆਪਣੇ ਨੂੰ ਨਹੀਂ ਹੋਰਾਂ ਨੂੰ ਵੀ ਉਸਾਰਦੀਆਂ ਨੇ। ਇਹ ਪੋਸੀਬਿਲਿਟੀ ਹੈ। ਐਗਜ਼ਾਮਪਲ ਹੋਰ ਦੇ ਦੇਣਾ, ਕਿਉਂਕਿ ਸੌਰੀ ਟੂ ਸੇ ਮੇਰੀ ਕਈ ਵਾਰੀ ਕਾਉਂਸਲਿੰਗ ਵਿੱਚੋਂ ਜਾਂ ਐਡਿਕਸ਼ਨ ਵਿੱਚੋਂ ਇੱਦਾਂ ਜ਼ਿਆਦਾ ਐਗਜ਼ਾਮਪਲਸ ਆ ਜਾਂਦੀਆਂ ਨੇ, ਕਿਉਂਕਿ ਇਸ ਮਾਈ ਫੀਲਡ ਆਫ ਵਰਕ, ਦੈਟਸ ਵਾਈ। ਇੱਥੇ ਫੈਮਿਲੀ ਸੀ ਗਾਲਟ ਏਰੀਏ 'ਚ, ਪੇਰੈਂਟਸ ਬਿਲਕੁਲ ਸੂਬਰ, ਬੜੇ ਧਾਰਮਿਕ ਬਿਰਤੀ ਦੇ ਬੰਦੇ। ਬੱਚਾ ਅਲਕੋਹਲ ਵਾਲੇ ਪਾਸੇ ਤੁਰ ਪਿਆ, ਮਤਲਬ ਅਲਕੋਹਲਿਕ ਹੋ ਗਿਆ। ਪਹਿਲਾਂ ਤਾਂ ਖੈਰ ਉਹਨਾਂ ਨੇ ਡਿਊ ਟੂ ਸਟਿਗਮਾ, ਡਿਊ ਟੂ ਸਮ ਸੋਰਟ ਆਫ ਅਸ਼ੇਮਡ, ਦੇ never discuss it, they never actually talk about it. Then things were getting worse day by day. Then they were not able to stop it, or they were not able to actually keep it toward themselves. Then they have to open. That time they were seeking some sort of help here and there, and somehow they talked to me. ਮੇਰੇ ਨਾਲ ਵੀ ਗੱਲ ਕੀਤੀ। ਖੈਰ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਮੈਂ ਕੁਝ ਕਿਹਾ ਕਿ ਮੈਂ ਕਿਵੇਂ ਮਦਦ ਕਰਾਂ। ਕਹਿੰਦੇ ਪਹਿਲਾਂ ਹੀ ਮਦਦ ਤੇ ਤੁਹਾਡੇ ਤੋਂ ਇਹ ਚਾਹੀਦੀ ਹੈ ਕਿ ਇਹ ਐਕਸਪਲੇਨ ਕਰ ਵੀ ਹੋਇਆ ਕਿਵੇਂ, ਸਾਨੂੰ ਤੂੰ ਐਕਸਪਲੇਨ ਕਰ। ਅਸੀਂ ਮੂੰਹ ਨਹੀਂ ਲਾਇਆ, ਸਾਡੇ ਨਾ ਮੇਰੇ ਸਹੁਰੇ ਪਰਿਵਾਰ 'ਚ ਨਾ ਮੇਰੇ ਪਰਿਵਾਰ 'ਚੋਂ ਬੰਦਾ ਬੜੀ ਫਰਸਟ੍ਰੇਸ਼ਨ ਹੁੰਦੀ ਬੰਦੇ ਨੂੰ। ਮੈਂ ਕਿਹਾ ਜੀ ਗੱਲ ਇਹ ਹੈ, ਮੈਂ ਤੇ ਐਕਸਪਰਟ ਨਹੀਂ, ਮੈਂ ਤੁਹਾਨੂੰ ਇਸ ਤਰੀਕੇ ਨਾਲ ਸਾਰਾ ਐਨਾਲਿਟਿਕ ਵੇ ਨਾਲ ਐਕਸਪਲੇਨ ਕਰ ਸਕਾਂ, ਪਰ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸ ਸਕਦਾ ਵਾਂ ਕਿ ਹੋਪ ਜ਼ਰੂਰ ਹੈ ਵੀ ਇਹ ਠੀਕ ਹੋ ਸਕਦਾ। ਉਹ ਕਹਿੰਦੇ ਵੀ ਤੁਹਾਨੂੰ ਅਸੀਂ ਗੱਲ ਕੁਝ ਹੋਰ ਪੁੱਛ ਰਹੇ, ਤੁਸੀਂ ਕਹਿੰਦੇ ਹਾਂ ਮੈਂ ਤਾਂ ਕਹਿ ਰਿਹਾ ਕਿਉਂਕਿ ਇੱਕ ਫੈਮਿਲੀ ਦੀ ਹਿਸਟਰੀ ਹੈ ਪੂਰੇ ਦੀ ਪੂਰੀ, ਜਿਹਦੀ ਚੀਜ਼ ਬਿਲਕੁਲ ਆਈ ਨਹੀਂ ਗੀ। ਇਹ ਆਊਟ ਆਫ ਦਾ ਬਲੂ ਕੁਝ ਹੋਇਆ ਜਿਹਨੂੰ ਅਸੀਂ ਕਾਊਂਟਰ ਕਰ ਸਕਦੇ। ਉਹਨਾਂ ਨੂੰ ਖੈਰ ਉਦੋਂ ਤੇ ਬਾਤ ਬਹੁਤੀ ਮੇਰੀ ਜਚੀ ਨਹੀਂ, ਮੈਂ ਸੱਚ ਦੱਸਦਾ। ਉਹਨਾਂ ਨੂੰ ਲੱਗਾ ਵੀ ਸਾਨੂੰ ਨਾ ਝੂਠੀਆਂ ਆਸਾਂ ਬਣਾ ਰਿਹਾ, ਕਿਉਂਕਿ ਜਿਹੜਾ ਬੰਦਾ ਬਹੁਤ ਜ਼ਿਆਦਾ ਇੰਨੀ ਵਾਰ ਰਿਹੈਬ ਜਾ ਚੁੱਕਾ ਆ, ਇੰਨੇ ਕਾਉਂਸਲਰਸ ਇਨਵੋਲਵ ਹੋ ਚੁੱਕੇ ਨੇ, ਦੈਨ ਦੈਟ ਟਾਈਮ ਪੀਪਲ ਨੈਵਰ ਥਿੰਕ ਅਬਾਊਟ ਇਟ, ਦਿਸ ਸ਼ੀ ਇਜ਼ ਜਸਟ ਐਕਚੁਅਲੀ ਮੇਕਿੰਗ ਥਿੰਗ।
खैर चीज़ अपनी जगह चलती है। हौली हौली करके जो बात थोड़ी बनी तो वो खैर एक दो वारी उन्होंने भी लगा कि शायद इन्होंने हैल्प चाहिए। फिर मेरे नाल फिर गल की, मैं कहा मैं तुहानूं पहलां भी कहा सीगा होप हैगी इत्थे। होप की है? होप है कि इसनूं दस्सिया जा सकता है कि जे इन्नियां पुश्तां, इन्नियां पीढ़ियां, इन्नियां फैमिलीज़ ते असीं आप इहो जिहे जीवन चों लंघ के इत्थे तक पहुंचे हाँ, तू भी पहुंच सकता है। साडा खून है तो somehow you have actually made some wrong, you can say, or decisions or some sort of choices which are not good. And now is the time we can actually reverse it, or at least ਜਿਹੜਾ ਹੈਗਾ ਉਹਦੇ ਤੇ ਅਸੀਂ ਰੀਥਿੰਕ ਕਰ ਸਕਦੇ ਹਾਂ। ਖੈਰ ਉਹ ਥੋੜਾ ਸਮਾਂ ਲੱਗਾ, ਗੱਲ ਬੰਨੀ ਸ਼ੁਰੂ ਹੋਈ ਥੋੜੀ ਥੋੜੀ ਕਰਕੇ। ਜਦੋਂ ਬੰਨੀ ਸ਼ੁਰੂ ਹੋਈ, ਮੁੜ ਕੇ ਮੈਂ ਉਹਦੇ ਨਾਲ ਕਾਫੀ ਮੇਰੀਆਂ ਸੀਟਿੰਗਸ ਹੋਈਆਂ ਤੇ ਹਰ ਸੀਟਿੰਗ 'ਚ ਇੱਕੋ ਗੱਲ ਹੀ ਰਹੀ। ਉਹ ਕਹਿੰਦਾ ਵੀ ਮੈਂ ਹੁਣ ਆਪਣੇ ਆਪ ਨੂੰ ਦੱਸ ਰਿਹਾ ਵਾਰ-ਵਾਰ ਵੀ ਜੇ ਮੇਰਾ ਫਾਦਰ ਸਾਰੀ ਉਮਰ ਦੇ 'ਚ ਇੱਕ ਵੀ ਕੋਈ ਨਸ਼ਾ ਕਰਨ ਤੋਂ ਬਿਨਾਂ ਜੀ ਸਕਿਆ ਤੇ ਮੈਨੂੰ ਕੀ ਪ੍ਰੋਬਲਮ ਹੈ, ਮੈਂ ਕਿਉਂ ਨਹੀਂ ਕਰ ਸਕਦਾ। ਸੋ ਇਹ ਹੈ ਨਿਰਾਲੀ ਚਾਲ। ਬੰਦਾ ਕਹਿੰਦਾ ਕਾਹਦੇ ਲਈ ਸਾਰੇ ਕਰਦੇ ਕਰੀ ਚੱਲੋ, ਵੀ ਸਾਰੇ ਕਰਦੇ ਕਰੀ ਚੱਲੋ, ਪਰ ਜਿਸ ਚੀਜ਼ ਦਾ ਕੋਈ ਬੈਨੀਫਿਟ ਨਹੀਂ ਹੈਗਾ ਲੌਂਗ ਰਨ ਦੇ ਵਿੱਚ ਤੁਹਾਡੇ ਲਈ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਪੁਸ਼ਤਾਂ, ਪਰਿਵਾਰਾਂ, ਸਮਾਜ, ਸੁਸਾਇਟੀ ਲਈ, ਭਈ ਉਹ ਤੋਂ ਬਚਿਆ ਜਾਏ। ਭਗਤ ਉਹੀ ਹੈ ਜਿਹਨੂੰ ਸਾਹਿਬ ਕਹਿੰਦੇ ਅੱਗੋਂ ਦੇ ਜੇ ਚੇਤੀ ਹੈ, ਜਿਹੜੇ ਅਗਾਊਂ ਚੇਤੇ ਕਰਦੇ, ਜਿਹੜੇ ਅਗਾਊਂ ਯਾਦ ਕਰਦੇ, ਜਿਹਨਾਂ ਨੂੰ ਅਹਿਸਾਸ ਹੁੰਦਾ। ਲੋਕੀ ਇਸ ਰੂਪ ਵਿੱਚ ਹੁੰਦੇ। ਮੈਂ ਇੱਥੇ ਇੱਕ ਸਾਡੀ ਸਟੱਡੀਜ਼ ਦੇ ਦੌਰਾਨ ਕਲੱਬ ਹੁੰਦਾ ਸੀ, ਵਾਈਜ਼ ਡਰਿੰਕਿੰਗ ਕਲੱਬ। ਮਤਲਬ ਤੁਸੀਂ ਬਹੁਤ ਕੁਛ ਐਸੇ ਸੋਸ਼ੇ ਬੋਸ਼ੇ ਵੀ ਹੁੰਦੇ ਆਲੇ ਦੁਆਲੇ ਮੇਨ ਸਟਰੀਮ ਵਿੱਚ, ਪਬਲਿਕ ਫੰਡਿੰਗ ਨਾਲ ਬੜੀਆਂ ਚੀਜ਼ਾਂ ਅਸੀਂ ਦੇਖੀਆਂ। ਅਤੇ ਉਹਦੇ 'ਚ ਗੱਲਬਾਤ ਹੋ ਰਹੀ ਸੀ। ਇੱਕ ਵਾਰੀ ਬੈਠੇ ਹਾਂ ਕਿਤੇ ਗਰੁੱਪ ਡਿਸਕਸ਼ਨ ਦੇ ਵਿੱਚ, ਅਲਕੋਹਲ ਅਨੋਨੀਮਸ ਵਾਲਿਆਂ ਦਾ ਪ੍ਰੋਗਰਾਮ ਸੀਗਾ AA, ਅਤੇ ਉਹਦੇ 'ਚ ਗੱਲਬਾਤ ਹੋ ਰਹੀ। ਤੋਂ ਗੱਲਬਾਤ ਹੋਣ ਦੇ ਦੌਰਾਨ ਇੱਕ ਸ਼ਖਸ ਇਹ ਕਹਿੰਦਾ ਕਿ ਗੱਲ ਇਹ ਹੈ ਕਿ ਜਦੋਂ ਮੈਂ ਉਹ ਕਹਿੰਦਾ ਵੀ ਮੈਂ ਜਦੋਂ ਪੱਬ ਵਿੱਚ ਬੈਠਣਾ, ਉਹ ਐਕਚੁਅਲੀ ਪੇਰੈਂਟਸ ਸੀਗੇ ਜਿਹੜੇ ਡਿਸਕਸ ਕਰਦੇ ਸੀ ਆ ਕੇ, ਪੇਰੈਂਟਸ ਸਪੋਰਟਿੰਗ ਗਰੁੱਪ ਸੀਗਾ। ਉਹ ਕਹਿੰਦੇ ਮੈਂ ਖੁਦ ਜਦੋਂ ਕਿਤੇ ਡਰਿੰਕ ਕਰਨਾ, ਪੱਬ ਬੈਠਣਾ, ਕਿਤੇ ਪਾਰਟੀ ਜਾਣਾ, ਅਤੇ ਮੈਂ ਆਲੇ ਦੁਆਲੇ ਯੰਗਸਟਰਸ ਨੂੰ ਦੇਖਣਾ, ਆਪਣੀ ਉਮਰ ਦੇ ਲੋਕਾਂ ਨੂੰ ਵੀ ਦੇਖਣਾ, ਪੀਪਲ ਹੂ ਆਰ ਸਫਰਿੰਗ ਵਿਦ ਦਾ ਅਲਕੋਹਲ ਇਸ਼ੂਜ਼, ਅਤੇ ਮੇਰਾ ਹਾਸਾ ਨਿਕਲ ਜਾਣਾ। ਮੈਂ ਕਿਹਾ ਇਹ ਪਾਗਲ ਨੇ ਅਸਲ 'ਚ, ਇਹਨਾਂ ਨੂੰ ਇਹ ਦੱਸੋ, ਇਹਨਾਂ ਨੂੰ ਇੰਨਾ ਹੀ ਨਹੀਂ, ਸੈਲਫ ਕੰਟਰੋਲ ਹੀ ਨਹੀਂ ਹੈਗਾ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਕਿਵੇਂ ਕਰਨਾ ਹੈ, ਕਿਸ ਤਰੀਕੇ ਨਾਲ ਕਰਨਾ ਹੈ। ਕਹਿੰਦਾ ਉਦੋਂ ਮੈਂ ਹੱਸਦਾ ਸੀ, ਉਦੋਂ ਸਭ ਕੁਝ ਕਰਦਾ ਸੀ। ਹੁਣ ਮੈਂ ਖੁਦ ਸਫਰ ਕਰ ਰਿਹਾ। ਜਦੋਂ ਮੈਂ ਆਪਣੇ ਘਰ ਵਿੱਚ ਆਪਣੇ ਬੱਚੇ ਨੂੰ ਦੇਖਦਾ ਹਾਂ, ਮੈਂ ਸੋਚਦਾ ਹਾਂ ਓ ਹੋ ਜਿਹਨੂੰ ਪਹਿਲੇ ਲੈਵਲ ਤੇ ਸਟਾਪ ਕੀਤਾ ਜਾ ਸਕਦਾ ਹੁੰਦਾ, ਤੇ ਹੁਣ ਪਹਿਲੇ ਲੈਵਲ ਤੇ ਸਟਾਪ ਕਿਵੇਂ ਕਰੋਗੇ ਜੇ ਚਾਲ ਨਿਰਾਲੀ ਚੱਲੋਗੇ। ਤੇ ਚਾਲ ਨਿਰਾਲੀ, ਇਹਦੇ 'ਚ ਆਪਾਂ ਇੱਕ ਡਾਇਰੈਕਟ ਸਬਸਟੈਂਸ ਦੀ ਇਨਵੋਲਵਮੈਂਟ ਦੀ ਗੱਲ ਕੀਤੀ, ਤੇ ਭਗਤ ਸਾਹਿਬਾਨ ਤੇ ਹੋਰ ਡੀਪ ਲੈਵਲ ਤੇ ਗੱਲ ਕਰਦੇ। ਕਹਿੰਦੇ ਭਗਤਾਂ ਕਿ ਚਾਲ ਨਿਰਾਲੀ, ਬਿਖਮ ਮਾਰਗ ਚੱਲਣਾ ਔਖਾ ਮਾਰਗ ਆ, ਦਿੱਕਤ ਆਉਂਦੀ ਹੈ, ਮਨ ਹੀ ਆਪਣਾ ਨਹੀਂ ਮੰਨਦਾ ਵੀ ਕਾਹਦੇ ਲਈ ਤਕਲੀਫ ਵਿੱਚ ਰਹਿਣਾ ਹੈਗਾ। ਪਰ ਉੱਥੇ ਮਹਾਰਾਜ ਬਿਆਨ ਕਰਦੇ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਇਹ ਹੈ ਤਿਆਗ। ਜਦੋਂ ਗਿਆਨ ਆ ਗਿਆ, ਲੱਭ, ਇਹ ਲਫ਼ਜ਼ ਇਹਦਾ ਸਿੰਪਲ ਟਰਾਂਸਲੇਸ਼ਨ ਗਰੀਡ ਵੀ ਬਣਦੀ ਹੈ, ਪਰ ਇੱਥੇ 'ਚ ਐਕਚੁਅਲੀ ਕ੍ਰੇਵਿੰਗ ਤੇ ਖਾਸ ਕਰਕੇ ਜਿਹੜੀ ਸਬਸਟੈਂਸ ਰਿਲੇਟਡ ਜਾਂ ਐਨੀ ਸੋਰਟ ਆਫ ਪਦਾਰਥ ਜਿਹੜਾ ਉਹਦੇ ਰਿਲੇਟਡ ਕ੍ਰੇਵਿੰਗ ਦੀ ਗੱਲ ਹੋ ਰਹੀ ਹੈ। ਸਾਡਾ ਪੰਜਾਬੀ ਦਾ ਲਫ਼ਜ਼ ਹੈ, ਜਿਵੇਂ ਕੋਈ ਮਾਊਥ ਵਾਟਰਿੰਗ ਦੀ ਗੱਲ ਹੁੰਦੀ ਹੈ,
कोई बंदा बहुत फूड की गल सुनदिया नाल ते बड़ा कहन मतलब ओहो जिहियां गल्लां करन लग जे, लियाओ छेती लियाओ, इस किस्म दे नाल मूँह चों पानी डिगन लग जे ਉਹਦੇ। तो असीं कई वारी कह दिंदे आ, वेख ਇਹਦੀ जीभ किवें लटक के लबां तक आ गई है, मतलब ਇਹਨੂੰ देख किवें अंदर क्रेविंग हो रही है। ਲੱਭ ਇਹ है पहले लैवल ते यही बंदे नूं जिहड़ा हैगा कंट्रोल करन दी त्याग करन दी जाच आवे। ਲੱਭ ਦੇ आशे विच जाके अपना इन्ना भी सैल्फ कंट्रोल ना गवाता जाए कि बंदा इस किस्म की फितरत, इस किस्म की सोच जा पाए। मेरे मित्र हैगे ने बड़े प्यारे इत्थे स्टेट्स दे विच, ते वो कहिंदे कि कई बारी ते ऐसियां चीज़ां भी देखियां ने भी बंदा शुगर का मरीज हो गया, कोई डायबिटीज़ हो गई, कुछ हो गया, पर हालत यह है भी किते लड्डू दिसिया नहीं, कोई चीज़ दिसी नहीं, तो बस और सब कुछ ही भुल जाता है। कहते इन्ना इन्ना ज़्यादा बंदा मतलब सैल्फ वीकनेस का मारिया होया होए भाई, ये चीज़ां जिहड़ियां ने यही तो भगत की बिरती च आई। जिहड़ा इन्ना नहीं कंट्रोल कर सकता वो कित्थे कित्थे जाके कंट्रोल करेगा। महाराज बयान करते ये त्याग है, भगती ये है, तो ये एक एक्यूमुलेट की हुई एक्सरसाइज या नॉलेज आ जिन्हों असीं हौली हौली प्रैक्टिस करते हैं। महाराज गुरु अमरदास साहब कहिंदे, मैं उन्हां तो कुर्बान जाना, वारने जाना जिहड़े इहो जी रचना संदेश उपदेशों का भजन करते तो लोक विखावे लई ना करते, किसी फेक प्राइड लई ना करते, बल्कि ज्ञान हासिल लई करते। तो ज्ञान वो नहीं कि जिहड़ा संसार का ज्ञान हो जिहदे नाल अपनी दुनिया सवरे, मन मंडल नूं उचेरिया चुकिया जा सके, ताकि जीवन विच जो त्यागण योग है, छड्डण योग है, वो छड्डिया जा सके, जीवन का सुधार हो सके। उन्हां तो गुरु अमरदास साहब कहते मैं अपना आपा कुर्बान करदा हाँ। बचन इस रूप में आ रहा सीगा कि हाँ वारी ज्यों वारी आप भगत करन अवरा भगत करावणिया। अवरा भगत करावणिया जिस चीज़ नूं तुसीं आप बहुत 100% डेडिकेशन दे नाल करदे हो, उहदा प्रभाव आले दुआले वाले भी कबूल लैंदे ने। उस नूं जिहड़ा हैगा लोकां ते भी उहदा प्रभाव पै जांदा है। फिलोसफिकल साइड तो जिन्होंने बिल्कुल प्रैक्टिकल लैवल ते लिया जाए तो बहुत कुछ ऐसा बयान किया जा सकता है। एक एग्जाम्पल मिलती है कि अकबर के 9 रत्नां दे विचों एक रतन सीगा जिसनों तानसेन के रूप में लोग याद करते। बड़ा वड्डा गवैया सीगा, कहंदे भी दीपक राग गा के ते दीवा जगा दिंदा सी। इस किस्म की गल उहदे बारे कही जाती। हुंदा कि वह सवेरे उठ के रियाज करदा, जो रियाज करदा तो उस रियाज करने के समय के दौरान कोई दूर मला अपना बेड़ा जो सारी रात अपनी ड्यूटी ते सीगा, हुण दरिया के कंढे बेड़ी दे विच सुता है नीगा, सारी रात चप्पू चलांदा रहा। कुछ तो अपने आप को मोटिवेट करने लई चाहिदा आ, तो वह फिर जिवें जिवें दिन चढ़दा तो नींद ज़्यादा जोर पाउंदी, फिर उच्ची उच्ची हेकां ला के गाउंदा ताकि मैं अवेक रह सकां, सो ना जावां, मैनूं जागना जरूरी है। सो उस रूप विच ओह करदा। तो हुण होया कि तानसेन नूं लगदा भी ओह मेरे रियाज दे विच जिहड़ी है ये बड़ी वड्डी खलल पाउंदा हैगा। उन्हें अकबर तक बात की, हुण बादशाह हिंद आ, उन्हें कहा हद हो गई, किवें हो सकता। उन्हें बकायदा तौर पर बंदा भेजता, उन्होंने कहता भी गाए ना, वो ऑर्डर दे गया उन्होंने। हुण 2-4 दिन ऑर्डर याद रहा, 5वें दिन बेचारे फिर कितने नींद की लोर आई, फिर गाउन लग गया। खैर वो फिर तानसेन किते अकबर नूं मिलिया तो अकबर कहंदा भी किवें, कहने लगा भी बादशाह का हुक्म नहीं कोई मनता। अकबर नूं गुस्सा लगा, उन्हें कहा हद हो गई, बंदा भेजो।
ਫੜ ਕੇ ਉਸ ਮਲਾਹ ਨੂੰ ਜੇਲ੍ਹ 'ਚ ਪਾਤਾ। ਗਰੀਬ ਫੈਮਿਲੀ ਸੀਗੀ ਵਿਚਾਰੇ ਦੀ, ਕੋਈ ਰਸਾਈ ਹੈ ਨਹੀਂ ਇੱਥੋਂ ਤੱਕ ਵੀ ਕਿਤੇ ਕੋਈ ਇਸ ਤਰੀਕੇ ਨਾਲ ਅਪੀਲ ਦਲੀਲ ਕਰ ਸਕੇ। ਬਾਦਸ਼ਾਹ ਦਾ ਹੁਕਮ ਹੈ, ਕੌਣ ਟਾਲੇਗਾ, ਕੋਈ ਰਸਾਈ ਵੀ ਨਹੀਂ ਉਦੋਂ ਤੱਕ ਹੋ ਸਕਦੀ। ਖੈਰ ਉਹਦਾ ਪਰਿਵਾਰ ਵਿਚਾਰਾ ਵਿਲਕਦਾ ਇੱਧਰ ਉਧਰ। ਤਾਂ ਹੀ ਤੇ ਸ਼ਖਸ ਸੀਗਾ, ਗਵਈਆ ਸੀਗਾ, ਬੀਜੂ ਬਾਵਰਾ। ਇਹ ਸਾਰੇ ਦੇ ਸਾਰੇ ਜੇ ਅਸੀਂ ਦੇਖਦੇ ਹਾਂ ਤੇ ਪਿੱਛੋਂ ਜਿਸ ਮਤਲਬ ਸਕੂਲ ਵਿੱਚੋਂ ਸਿੱਖ ਕੇ ਆ ਰਹੇ ਨੇ, ਉਹ ਸਕੂਲ ਭਾਈ ਮਰਦਾਨਾ ਜੀ ਦੀ ਸਿੱਖਿਆ ਦੇ ਵਿੱਚੋਂ ਨਿਕਲਿਆ ਹੋਇਆ। ਇਹ ਵੀ ਹਿਸਟਰੀ 'ਚ ਮਿਲਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ। ਮਤਲਬ ਸਾਨੂੰ ਸੰਗੀਤ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨਾਲ ਉਸ ਸਕੂਲ ਦੀ ਜਾ ਕੇ ਸਾਂਝ ਬਣਦੀ ਹੈ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਬੀਜੂ ਬਾਵਰਾ ਇੱਕ ਮਸਤ ਮੌਲਾ ਸ਼ਖਸ ਆ, ਤਾਨਸੇਨ ਦਾ ਗੁਰੂ ਭਾਈ ਹੈ, ਬਹੁਤ ਉਮਦਾ ਗਵਈਆ ਆ। ਉਹਨੂੰ ਜਦੋਂ ਪਤਾ ਲੱਗਾ, ਉਹਨੇ ਕਿਹਾ ਹੱਦ ਹੋ ਗਈ, ਤਾਨਸੇਨ ਨੇ ਏਡਾ ਜ਼ੁਲਮ ਕਰਵਾਇਆ। ਕਹਿੰਦੇ ਹਾਂ। ਖੈਰ ਉਹ ਅਕਬਰ ਚਲਾ ਗਿਆ ਅਕਬਰ ਦੇ ਦਰਬਾਰ ਦੇ। ਹੁਣ ਉਹਨੂੰ ਤੇ ਕੌਣ ਰੋਕ ਸਕਦਾ ਹੈ, ਉਹਦਾ ਹਸਤੀ ਇਸ ਕਿਸਮ ਦੀ ਹੈ, ਕੁਝ ਦਾ ਗੁਰੂ ਭਾਈ ਹੈ। ਉੱਥੇ ਗੱਲਬਾਤ ਹੋਈ, ਲੰਮੀ ਚੌੜੀ ਬਾਤ ਮੁਕਤਸਰ ਬਿਆਨ ਕਰਾਂ। ਉਹਨੇ ਕਿਹਾ ਵੀ ਤਾਨਸੇਨ ਤੋਂ ਕਸੂਰਵਾਰ ਹੈ, ਆਹ ਬਾਤ ਹੋਈ ਹੈ। ਉਹਨੂੰ ਲੱਗਾ ਹੱਦ ਹੋ ਗਈ, ਮੇਰੇ ਉੱਤੇ ਕਿਸੇ ਦੇ ਅਰੈਸਟ ਕਰਨ ਦਾ ਮਤਲਬ ਲੱਗ ਰਿਹਾ ਇਲਜ਼ਾਮ, ਮੈਂ ਕਲਪ੍ਰਿਟ ਬਣ ਰਿਹਾ, ਮੈਂ ਤੇ ਸਾਬਤ ਕਰ ਦਿਆਂਗਾ। ਅਖੀਰ ਗੱਲ ਇਹ ਆਈ ਵੀ ਦੋਨੋਂ ਵੱਖਰੇ ਵੱਖਰੇ ਰਾਗ ਗਾਵਾਂਗੇ ਇੱਕੋ ਸਮੇਂ ਤੇ। ਜਿਹਦਾ ਪ੍ਰਭਾਵ ਦੂਜਾ ਕਬੂਲ ਗਿਆ, ਸਮਝੋ ਉਹਦਾ ਰਾਗ ਕੱਚਾ ਆ। ਤਾਨਸੇਨ ਕਹਿੰਦਾ ਹਾਂ। ਉਹ ਕਹਿੰਦਾ ਤਾਨਸੇਨ ਤੇਰਾ ਰਾਗ ਕੱਚਾ ਆ। ਮਲਾਰ ਦਾ ਜਿਹੜਾ ਮਲਾਹ ਦਾ ਰਾਗ ਉਹ ਪੱਕਾ ਆ। ਜੇ ਤੇਰੇ ਰਾਗ 'ਚ ਜਾਂ ਤੇਰੀ ਸਿਖਲਾਈ ਦੇ ਵਿੱਚ ਜਾਂ ਤੇਰੀ ਸਕਿੱਲ 'ਚ ਤਾਬ ਹੁੰਦੀ ਤੇ ਤੂੰ ਉਹਨੂੰ ਆਪਣੇ ਰੰਗ 'ਚ ਰੰਗ ਲੈਂਦਾ। ਇਹ ਕਿਵੇਂ ਹੋ ਸਕਦਾ? ਇੰਨੀ ਦੂਰ ਗਾ ਰਿਹਾ, ਤੇਰੇ ਤੇ ਪ੍ਰਭਾਵ ਪੈ ਗਿਆ, ਤੇਰਾ ਰਿਆਜ਼ ਜਿਹੜਾ ਉਹਦੇ ਨਾਲ ਖਲਲ ਮਚ ਗਿਆ। ਖੈਰ ਸ਼ਰਤੇ ਹੋਈ, ਦੋਨੋਂ ਬੈਠ ਗਏ, ਲੱਗੇ ਗਾਉਣ। ਜਦੋਂ ਗਾਉਣ ਲੱਗੇ ਤੇ ਬੀਜੂ ਬਾਵਰਾ ਸੀਗਾ ਤੇ ਫਕੀਰ ਆਦਮੀ। ਕਹਿਣ ਲੱਗਾ ਗੱਲ ਇਹ ਹੈ, ਅਕਬਰ ਨੇ ਏਡੀ ਵੱਡੀ ਉਪਾਧੀ ਦਿੱਤੀ ਹੈ ਤੈਨੂੰ, ਰਾਜ ਗਾਇਕ ਦਾ ਉਪਾਧੀ ਮਿਲੀ ਹੈ ਤੈਨੂੰ, ਆਪਣਾ ਰਤਨ ਬਣਾਇਆ ਤੈਨੂੰ, ਤੇਰੀ ਜਿੱਤ ਦੀ ਕਾਮਨਾ ਮੈਂ ਖੁਦ ਕਰਦਾ। ਇਸ ਕਰਕੇ ਤੇਰਾ ਅਪਰ ਹੈਂਡ ਹੋਣਾ ਚਾਹੀਦਾ ਹੈ, ਤੈਨੂੰ ਮੌਕਾ ਵੱਧ ਮਿਲਣਾ ਚਾਹੀਦਾ ਮੇਰੇ ਨਾਲੋਂ। ਐਵੇਂ ਤੇਰੀ ਜਲਾਲਤ ਕਰਾਉਣ ਨਹੀਂ ਆਇਆ, ਮੈਂ ਵੀ ਤੇਰਾ ਭਰਾ ਵਾਂ, ਇਕੱਠੇ ਸਿੱਖੇ ਆ। ਇਸ ਕਰਕੇ ਤੈਨੂੰ ਕਿਤੇ ਬਾਅਦ ਵਿੱਚ ਕੋਈ ਮਲਾਲ ਸ਼ਿਕਾਇਤ ਨਾ ਹੋਏ, ਤੂੰ ਪਹਿਲਾਂ ਗਾਉਣਾ ਲੱਗ ਜਾ, ਸ਼ੁਰੂ ਕਰ ਲੈ ਆਪਣਾ ਗਾਉਣਾ। ਜਦੋਂ ਤੈਨੂੰ ਲੱਗੇਗਾ ਤੂੰ ਆਪਣੀ ਸੁਰ ਫੜ ਲਈ, ਫਿਰ ਮੈਨੂੰ ਇਸ਼ਾਰਾ ਕਰੀ, ਫਿਰ ਮੈਂ ਸ਼ੁਰੂ ਕਰਾਂਗਾ। ਉਹ ਕਹਿੰਦਾ ਬਿਲਕੁਲ, ਇਹ ਤਾਂ ਹੋਰ ਗੱਲ ਬਣ ਗਈ, ਮੈਂ ਆਪਣੀ ਮਸਤੀ ਚਲਾ ਜਾਵਾਂਗਾ, ਫਿਰ ਉਹਨੂੰ ਇਸ਼ਾਰਾ ਕਰਦੇ ਆ, ਗਾਈ ਜਾਏ, ਮੈਨੂੰ ਕਿਹੜਾ ਹੋਣਾ ਉਸ ਰੂਪ ਦੇ ਵਿੱਚ। ਉਹਨੇ ਆਪਣਾ ਰਾਗ ਸ਼ੁਰੂ ਕੀਤਾ, ਉਹਨੇ ਰਾਗ ਕਰਕੇ ਸ਼ੁਰੂ ਤੇ ਜਦੋਂ ਉਹਨੂੰ ਪਤਾ ਲੱਗਾ ਠੀਕ ਹੈ, ਉਹਨੇ ਬੀਜੂ ਬਾਵਰੇ ਨੇ ਸ਼ੁਰੂ ਕੀਤਾ। ਕਹਿੰਦੇ ਨੇ ਬੀਜੂ ਬਾਵਰੇ ਨੇ ਅਲਾਪ ਹੀ ਲਾਉਣਾ ਸ਼ੁਰੂ ਕੀਤਾ, ਹਾਲੀ ਰਾਗ ਨਹੀਂ ਗਾਇਆ, ਹਾਲੀ ਉਹਨੇ ਆਪਣੀ ਗਾਇਕੀ ਉਸ ਲੈਵਲ ਤੇ ਲਿਆਂਦੀ ਨਹੀਂ, ਉਹਦੇ ਅਲਾਪ ਦੇ ਵਿੱਚ ਹੀ ਹੋਇਆ ਇਹ। ਤਾਨਸੇਨ ਉਹਦਾ ਅਲਾਪ ਲਗਾਉਣ ਲੱਗ ਗਿਆ। ਖੈਰ ਅਕਬਰ ਵਿੱਚ ਬੈਠਾ ਸੀਗਾ, ਬੜਾ ਹੈਰਾਨ ਹੋਇਆ, ਸੰਗੀਤ ਦਾ ਕਦਰਦਾਨ ਵੀ ਸੀਗਾ ਉਹ। ਖੈਰ ਉਹ ਮਲਾਹ ਛੁੱਟ ਗਿਆ, ਸਭ ਚੀਜ਼ਾਂ ਹੋ ਗਈਆਂ। ਪਰ ਅਕਬਰ ਨੇ ਪੁੱਛਿਆ, ਕਹਿਣ ਲੱਗਾ ਤੂੰ ਖੁਦ ਨਹੀਂ ਤਾਰੀਫ ਕੀਤੀ ਤਾਨਸੇਨ ਦੀ, ਮੈਂ ਖੁਦ ਇਹਦਾ ਬੜਾ ਵੱਡਾ ਮਦਈ ਹਾਂ। ਕਮਾਲ ਹੋ ਗਈ, ਇਹ ਹੋਇਆ ਕਿਵੇਂ? ਕਹਿਣ ਲੱਗਾ ਹੋਇਆ ਕਿਸੇ ਤਰੀਕੇ ਨਾਲ ਨਹੀਂ। ਜ਼ਿੰਦਗੀ ਦੇ ਵਿੱਚ ਕੋਈ ਵੀ ਰਾਗ, ਕੋਈ ਵੀ ਕਰਮ, ਕੋਈ ਵੀ ਅਮਲ ਜਿਸ ਦੇ ਵਿੱਚ ਤੁਹਾਡਾ ਸਮਰਪਣ 'ਚ ਥੋੜੀ ਜਿਹੀ ਵੀ ਕਮੀ ਰਹਿ ਗਈ, ਤੁਸੀਂ ਥਿੜਕ ਜਾਓਗੇ। ਬਸ ਆਹੀ ਚੀਜ਼ ਹੈ ਜਿਹੜਾ
ਜਦੋਂ ਤੁਸੀਂ ਪੂਰੇ ਸਮਰਪਣ ਨਾਲ ਕਿਸੇ ਚੀਜ਼ ਨੂੰ ਕਰੋਗੇ, ਅਲਟੀਮੇਟਲੀ ਤੁਹਾਡਾ ਆਪਣੇ ਆਪ ਉਤੇ ਪ੍ਰਭਾਵ ਪਏਗਾ, ਤੁਹਾਡੇ ਆਪਣੇ ਆਪ ਉਤੇ ਪ੍ਰਭਾਵ ਨਹੀਂ ਪਏਗਾ। ਸੰਸਾਰ, ਜਿਹਨੂੰ ਸਾਹਿਬ ਨੇ ਕਿਹਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਆਖਰਕਾਰ ਉਸੇ ਵਿੱਚੋਂ ਹੀ ਇਹ ਚੀਜ਼ ਹੈ, ਜੇ ਆਪ ਕੋਈ ਚੰਗੇਰਾ ਰਾਹ ਫੜਾਂਗੇ, ਆਪ ਭਗਤ ਕਰਨ, ਅਵਰਾ ਭਗਤ ਕਰਾਵਣਿਆ। ਪੋਸੀਬਿਲਿਟੀ ਹੈ ਹੋਰਾਂ ਨੂੰ ਭਗਤੀ ਦੇ ਰਾਹ ਤੇ ਤੋਰਨ ਦੀ ਸਮਰੱਥਾ ਆ ਸਕਦੀ ਹੈ। ਅਗਲੀ ਲਾਈਨ ਦੇ ਵਿੱਚ ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ ਹੈ। ਇਹੋ ਜਿਹੇ ਭਗਤਾਂ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਨਮਸਕਾਰ ਕਰਦਾ ਆ, ਮੈਂ ਮੱਥਾ ਟੇਕਦਾ ਆ। ਨਮਸਕਾਰ ਕੀਜੈ ਜੋ ਅਨੰਦਿਨ ਹਰ ਗੁਣ ਗਾਵਣਿਆ, ਤੇ ਹੋਰ ਕੋਈ ਨਹੀਂ ਜਿਹੜੇ ਹਰ ਵਕਤ ਰੱਬ ਦੇ ਗੁਣਾਂ ਦਾ ਗੁਣਗਾਨ ਕਰਦੇ, ਉਹਦੀ ਸਤੁਤੀ ਦੇ ਵਿੱਚ ਲੱਗੇ ਰਹਿੰਦੇ। ਰੈਸਟ ਆਫ ਦਾ ਸ਼ਬਦ ਵਿਲ explain this actually message in little more detail and on a deeper level, and which we will discuss tomorrow as Vaheguru will permit us time. ਹੁਣ ਸਮਾਂ ਸਮਾਪਤ ਆ, ਭੁੱਲਾਂ ਗਲਤੀਆਂ ਲਈ ਮਾਫੀ। ਇੱਥੇ ਹੀ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।